ਅਸੀਂ ਸਾਰੇ ਗਰਮੀ ਤੋਂ ਇਸ ਵਾਰ ਤੰਗ ਹੋਏ ਪਏ ਹਾਂ। ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਗਰਮੀ ਨੇ ਵੱਟ ਵੀ ਲੋਕਾਂ ਦੇ ਕੱਢੇ ਹੋਏ ਆ। ਪਰ ਹਾਏ ਗਰਮੀ ਕਰਨ ਤੋਂ ਪਹਿਲਾਂ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਗਰਮੀ ਦਾ ਜ਼ਿੰਮੇਵਾਰ ਕੌਣ ਹੈ, ਕਿਉਂ ਇੰਨੀ ਜ਼ਿਆਦਾ ਗਰਮੀ ਹੋਈ ਹੈ, ਕਿਵੇਂ ਸਾਡਾ ਰਹਿਣਾ ਜਿਹੜਾ ਆ ਦੁਨੀਆ ਦੇ ਉੱਪਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗਰਮੀ ਦੇ ਇਸੇ ਪ੍ਰਕੋਪ ਸੰਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅਤੇ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਗਰਮੀ ਇੰਨੀ ਜ਼ਿਆਦਾ ਕਿਉਂ ਵਧੀ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ। ਵੈਸੇ ਤਾਂ ਗਰਮੀ ਸਾਰੀ ਦੁਨੀਆ ਵਿੱਚ ਹੀ ਵਧੀ ਹੈ। ਕੋਈ ਦੇਸ਼ ਐਸਾ ਨਹੀਂ ਦੁਨੀਆ ਦਾ ਜਿੱਥੇ ਤਾਪਮਾਨ ਵਧਿਆ ਨਾ ਹੋਵੇ, ਪਰ ਇੰਡੀਆ ਖਾਸ ਕਰ ਸਾਡੇ ਪੰਜਾਬ ਵਿੱਚ ਗਰਮੀ ਜਿਸ ਕਦਰ ਵਧੀ ਹੈ, ਤੇਜ਼ੀ ਨਾਲ ਵਧੀ ਹੈ ਅਤੇ ਇਹਨੇ ਜਿੰਨਾ ਲੋਕਾਂ ਦਾ ਜੀਣਾ ਮੁਹਾਲ ਕੀਤਾ ਉਹ ਵਾਕਈ ਖਤਰੇ ਦੀ ਘੰਟੀ। ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਅੰਕੜਾ ਜ਼ਰੂਰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗੇ। ਗਲੋਬਲ ਕਲਾਈਮੇਟ ਰਿਪੋਰਟ ਦੇ ਮੁਤਾਬਕ ਪੂਰੇ ਵਿਸ਼ਵ ਪੱਧਰ ਉੱਤੇ ਜੋ ਤਾਪਮਾਨ ਰਿਕਾਰਡ ਕੀਤਾ ਗਿਆ ਉਹ ਪਿਛਲੇ 141 ਸਾਲਾਂ ਦਾ ਰਿਕਾਰਡ ਤਾਪਮਾਨ ਹੈ। ਯਾਨੀ ਪਿਛਲੇ 141 ਸਾਲਾਂ ਵਿੱਚ ਜਦੋਂ ਦਾ ਟੈਂਪਰੇਚਰ ਰਿਕਾਰਡ ਕਰਨ ਦਾ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸਾਲ ਜਨਵਰੀ ਮਹੀਨੇ ਵਿੱਚ ਪੂਰੀ ਦੁਨੀਆ ਦੇ ਪੱਧਰ ਉੱਤੇ ਸਭ ਤੋਂ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਹੈ। ਯਾਨੀ ਗਰਮੀ ਇੰਨੀ ਜ਼ਿਆਦਾ ਵੱਧ ਗਈ ਹੈ, ਇਹ ਪੂਰੀ ਦੁਨੀਆ ਦੇ ਲਈ ਇੱਕ ਖਤਰੇ ਦੀ ਘੰਟੀ ਹੋਣੀ ਚਾਹੀਦੀ ਹੈ। ਕਈ ਦੇਸ਼ਾਂ ਨੇ ਇਸ ਨੂੰ ਮਹਿਸੂਸ ਕਰ ਲਿਆ ਪਰ ਕਈ ਹਾਲੇ ਵੀ ਅਵੇਸਲੇ ਹੋਏ ਪਏ ਨੇ। ਮੋਟੇ ਤੌਰ 'ਤੇ ਸਾਡੇ ਮੌਸਮ ਵਿੱਚ ਕੀ ਤਬਦੀਲੀ ਅਸੀਂ ਵੇਖ ਰਹੇ ਹਾਂ। ਪਹਿਲੀ ਤਬਦੀਲੀ ਇਹ ਵੇਖ ਰਹੇ ਕਿ ਸਾਡੇ ਪੰਜਾਬ ਦਾ ਮੌਸਮ ਪੁਰਾਣੇ ਜ਼ਮਾਨਿਆਂ ਵਿੱਚ ਬਹੁਤ ਵਧੀਆ ਮੌਸਮ ਮੰਨਿਆ ਜਾਂਦਾ ਸੀ। ਦੋਵੇਂ ਮੌਸਮ ਬਰਾਬਰ ਜਿਹੇ ਆਉਂਦੇ ਸੀ, ਸਾਲ ਵਿੱਚ ਬਰਾਬਰ ਦਾ ਸਮਾਂ ਰਹਿੰਦੇ ਸੀ ਅਤੇ ਸਾਲ ਵਿੱਚ ਘੱਟੋ ਘੱਟ 2-3 ਮਹੀਨੇ ਅਜਿਹੇ ਹੁੰਦੇ ਸੀ ਜੋ ਬਿਲਕੁਲ ਖੁਸ਼ਗਵਾਰ ਮੌਸਮ ਹੁੰਦਾ ਸੀ ਕਿ ਨਾ ਠੰਡ ਅਤੇ ਨਾ ਗਰਮੀ, ਬਰਾਬਰ ਜਿਹਾ ਮੌਸਮ। ਪਰ ਹੁਣ ਸਾਡਾ ਮੌਸਮ ਬੁਰੀ ਤਰ੍ਹਾਂ ਪਲਟ ਗਿਆ। ਹੁਣ ਸਾਡੇ ਇੱਥੇ ਕੀ ਹੈ ਕਿ 10 ਮਹੀਨੇ ਤੇਜ਼ ਗਰਮੀ ਅਤੇ ਸਿਰਫ 2 ਮਹੀਨੇ ਦੀ ਠੰਡ, ਯਾਨੀ ਦਸੰਬਰ ਅਤੇ ਜਨਵਰੀ। ਬਾਕੀ ਸਾਰਾ ਸਾਲ ਲੋਕਾਂ ਦੇ ਪਸੀਨੇ ਨਿਕਲਦੇ ਆ। ਨਵੰਬਰ ਤੱਕ ਏਸੀ ਪੱਖੇ ਚੱਲ ਰਹੇ ਆ ਅਤੇ ਮਾਰਚ ਆਉਂਦੇ ਸਾਰ ਪੱਖੇ ਏਸੀ ਚੱਲਣੇ ਸ਼ੁਰੂ ਹੋ ਜਾਂਦੇ ਆ। ਜਿੱਥੇ ਪਹਿਲਾਂ ਭਰਵੇਂ ਮੀਂਹ ਪਿਆ ਕਰਦੇ ਸੀ, ਸਾਉਣ ਦੀ ਝੜੀ ਲੱਗਦੀ ਹੁੰਦੀ ਸੀ, ਹੁਣ ਉਹ ਵੀ ਕੰਮ ਬੰਦ ਹੋ ਗਿਆ। ਹੁਣ ਜਦੋਂ ਵੀ ਗਰਮੀ ਬਹੁਤ ਜ਼ਿਆਦਾ ਵੱਧਦੀ ਹੈ, ਹੁਮਸ ਦੇ ਨਾਲ ਸਾਹ ਘੁੱਟ ਹੋਣਾ ਸ਼ੁਰੂ ਹੁੰਦਾ ਹੈ, ਤਾਂ ਉਸ ਤੋਂ ਬਾਅਦ ਮੀਂਹ ਨਹੀਂ ਪੈਂਦਾ ਜਿਵੇਂ ਪੁਰਾਣੇ ਜ਼ਮਾਨੇ 'ਚ ਪਿਆ ਕਰਦਾ ਸੀ। ਹੁਣ ਇਹ ਸਭ ਹੋਣ ਤੋਂ ਬਾਅਦ 'ਚ ਕੀ ਹੁੰਦਾ ਹੈ, ਝੱਖੜ ਝੁੱਲਦਾ ਹੈ, ਤੇਜ਼ ਹਨੇਰੀ ਆਉਂਦੀ ਹੈ, ਉਲਟਾ ਹੋਰ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਜੋ ਹਨੇਰੀ ਵੀ ਨਹੀਂ ਦੀ ਆ ਰਹੀ ਹੈ ਉਹ ਬਹੁਤ ਖਤਰਨਾਕ ਹਨੇਰੀ ਆਪਣੇ ਆਪ ਵਿੱਚ ਲੱਗਦੀ ਹੈ ਕਿਉਂਕਿ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ ਕਰ ਰਹੀ ਹੈ। ਇਹ ਹਾਲਤ ਕੁਝ ਉੱਦਾਂ ਦੀ ਹੁੰਦੀ ਜਾ ਰਹੀ ਹੈ ਜਿਵੇਂ ਕਿਸੇ ਦਾ ਸਰੀਰ ਜਦੋਂ ਰੁਕ ਜਾਂਦਾ ਹੈ, ਸਰੀਰ ਦੇ ਅੰਦਰ ਬਹੁਤ ਸਾਰਾ ਦਬਾਅ ਬਣਦਾ ਹੈ ਤਾਂ ਬਾਅਦ ਵਿੱਚ ਉਹ ਬੰਦਾ ਉਲਟੀ ਕਰਦਾ ਹੈ। ਇਸੇ ਤਰ੍ਹਾਂ ਮੌਸਮ ਵੀ ਇੱਕ ਤਰ੍ਹਾਂ ਦੇ ਨਾਲ ਇੰਨਾ ਪ੍ਰੈਸ਼ਰ ਚੱਲ ਰਿਹਾ ਹੈ ਕਿ ਜਦੋਂ ਉਹਦੇ ਉੱਪਰ ਬਹੁਤ ਜ਼ਿਆਦਾ ਦਬਾਅ ਬਣਦਾ ਹੈ ਤਾਂ ਉਹ ਹਨੇਰੀ ਝੱਖੜ ਬਣ ਕੇ ਉਲਟਾ ਦੁਨੀਆ ਦਾ ਨੁਕਸਾਨ ਹੀ ਕਰ ਰਿਹਾ ਹੈ। ਬਲਕਿ ਉਸ ਤੋਂ ਬਾਅਦ ਜਿਵੇਂ ਮੀਂਹ ਪੈ ਕੇ ਠੰਡਕ ਹੋਣੀ ਚਾਹੀਦੀ ਸੀ ਉਹੋ ਜਿਹੀ ਠੰਡਕ ਹੁਣ ਮਹਿਸੂਸ ਨਹੀਂ ਹੁੰਦੀ। ਇਹ ਬਹੁਤ ਵੱਡੀ ਤਬਦੀਲੀ ਹੈ। ਸ਼ਾਇਦ ਸਾਡੇ ਦਰਸ਼ਕਾਂ ਨੇ ਮਹਿਸੂਸ ਕੀਤੀ ਹੋਊਗੀ ਕਿ ਮੀਂਹ ਦੀ ਥਾਂ ਹੁਣ ਝੱਖੜ ਅਤੇ ਹਨੇਰੀ ਜ਼ਿਆਦਾ ਝੁੱਲਣ ਲੱਗ ਪਏ ਨੇ। ਹੁਣ ਇਸ ਵੇਲੇ ਸਭ ਤੋਂ ਵੱਡਾ ਸਵਾਲ ਜੋ ਸਾਡੇ ਸਾਹਮਣੇ ਖੜ੍ਹਾ ਉਹ ਇਹੀ ਹੈ ਕਿ ਇਹ ਜੋ ਗਰਮੀ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ ਇਹ ਇੰਨੀ ਨਾ ਵੱਧ ਜਾਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਜੀਣਾ ਹੀ ਮੁਸ਼ਕਲ ਹੋ ਜਾਏ, ਧਰਤੀ ਉੱਤੇ ਰਹਿਣਾ ਹੀ ਮੁਸ਼ਕਲ ਹੋ ਜਾਏ, ਕਿਉਂਕਿ ਅਜਿਹੀ ਹਾਲਤ ਵੱਲ ਅਸੀਂ ਵੱਧ ਰਹੇ ਹਾਂ। ਜੇ ਅਸੀਂ ਧਿਆਨ ਨਾ ਦਿੱਤਾ ਤਾਂ ਇਹ ਖਤਰਾ ਵੀ ਆਉਣ ਵਾਲੇ ਸਾਲਾਂ ਦੌਰਾਨ ਬਣ ਸਕਦਾ ਹੈ। ਸੋ ਗਰਮੀ ਦਾ ਜ਼ਿੰਮੇਵਾਰ ਕੌਣ ਹੈ? ਕੀ ਅਸੀਂ ਕੁਦਰਤ ਨੂੰ ਦੋਸ਼ ਦੇ ਸਕਦੇ ਹਾਂ? ਕੀ ਰੱਬ ਨੂੰ ਮਿਹਣੇ ਦੇ ਸਕਦੇ ਹਾਂ ਕਿ ਇੰਨੀ ਗਰਮੀ ਕਿਉਂ ਕੀਤੀ ਹੈ? ਬਿਲਕੁਲ ਨਹੀਂ। ਮਿਹਣਾ ਅਤੇ ਜ਼ਿੰਮੇਵਾਰੀ ਇਨਸਾਨਾਂ ਦੀ ਬਣਦੀ ਹੈ। ਇਹ ਗਰਮੀ ਕੁਦਰਤੀ ਨਹੀਂ ਹੈ, ਇਹ ਗਰਮੀ ਮੈਨ ਮੇਡ ਹੈ। ਇਹ ਮਨੁੱਖ ਦੁਆਰਾ ਬਣਾਈ ਹੋਈ ਗਰਮੀ ਹੈ। ਆਪੂ ਬਣਾਈ ਗਰਮੀ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਪ੍ਰਦੂਸ਼ਣ ਅਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਇਹ ਦੋ ਚੀਜ਼ਾਂ ਦੇ ਬਾਰੇ ਸ਼ਾਇਦ ਲੋਕੀ ਜਾਣਦੇ ਹੀ ਆ, ਪਰ ਇੱਕ ਹੋਰ ਬਹੁਤ ਵੱਡਾ ਕਾਰਨ ਆ ਜਿਹਦੇ ਕਰਕੇ ਗਰਮੀ ਵਧੀ ਹੈ ਅਤੇ ਉਹ ਹੈ ਧੜਾ ਧੜ ਏਅਰ ਕੰਡੀਸ਼ਨਰ ਯਾਨੀ ਏਸੀ ਦੀ ਵਰਤੋਂ ਕਰਨਾ। ਜਦੋਂ ਕਿਸੇ ਨੂੰ ਗਰਮੀ ਲੱਗਦੀ ਹੈ ਤਾਂ ਉਹ ਇਹ ਨਹੀਂ ਸੋਚਦਾ ਕਿ ਮੈਂ ਕੋਈ ਦਰਖਤ ਲਾਵਾਂ, ਕੋਈ ਬੂਟਾ ਲਾਵਾਂ। ਨਹੀਂ, ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਪੱਖੇ ਕੂਲਰ ਤੋਂ ਬਾਅਦ ਹੁਣ ਏਸੀ ਦਾ ਜੁਗਾੜ ਕੀਤਾ ਜਾਏ। ਇਹ ਮਰੀਜ਼ਾਂ ਦੇ ਲਈ ਬਣੇ ਸੀ ਜਿਹਦੀ ਤਬੀਅਤ ਠੀਕ ਨਹੀਂ ਉਹਨੂੰ ਠੰਡਕ ਦੇਣ ਵਾਸਤੇ, ਜਾਂ ਸਿਆਣੀ ਉਮਰ ਦੇ ਕਿਸੇ ਬਜ਼ੁਰਗ ਨੂੰ ਠੰਡਕ ਦੇਣ ਵਾਸਤੇ, ਹਸਪਤਾਲਾਂ ਲਈ ਜਾਂ ਕਿਸੇ ਹੋਰ ਅਜਿਹੀ ਐਮਰਜੈਂਸੀ ਵਾਲੀ ਜਗ੍ਹਾ ਲਈ ਏਸੀ ਬਣੇ ਸੀ। ਪਰ ਲੋਕਾਂ ਨੇ ਹੌਲੀ ਹੌਲੀ ਇਹਨੂੰ ਆਪਣੇ ਐਸ਼ੋ ਆਰਾਮ ਦੇ ਜੀਵਨ ਬਤੀਤ ਕਰਨ ਦਾ ਇੱਕ ਸਾਧਨ ਬਣਾ ਲਿਆ। ਨਤੀਜਾ ਏਸੀ ਦੀ ਧੜਾ ਧੜ ਵਰਤੋਂ ਅਤੇ ਓਨਾ ਹੀ ਸਾਡਾ ਵਾਤਾਵਰਨ ਚੌਗਿਰਦਾ ਪਲੀਤ ਹੁੰਦਾ ਗਿਆ। ਅਤੇ ਇੱਕ ਏਸੀ ਜਿਹੜਾ ਕਮਰੇ ਦੇ ਅੰਦਰ ਜਿੰਨੀ ਠੰਡਕ ਪਾ ਦਿੰਦਾ
ਉਸ ਤੋਂ ਜ਼ਿਆਦਾ ਦੁੱਗਣੀ ਤਪਸ਼ ਅਤੇ ਗਰਮੀ ਉਹ ਵਾਪਸ ਹਵਾ ਦੇ ਵਿੱਚ ਸੁੱਟ ਰਿਹਾ ਹੈ ਅਤੇ ਉਹੀ ਗਰਮੀ ਸਾਨੂੰ ਹੁਣ ਤੰਗ ਕਰ ਰਹੀ ਹੈ। ਇਸ ਗੱਲ ਦਾ ਤਜਰਬਾ ਕਰਕੇ ਵੇਖਿਆ ਜਾ ਸਕਦਾ ਹੈ ਕਿ 5 ਮਿੰਟ ਦੇ ਲਈ ਕੋਈ ਏਸੀ ਦੇ ਮਗਰਲੇ ਪਾਸੇ ਖੜਾ ਹੋ ਜਾਵੇ ਤਾਂ ਉਹਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਜਾਊਗਾ ਕਿ ਏਸੀ ਕਿੰਨੀ ਭੜਾਸ ਅਤੇ ਗਰਮੀ ਬਾਹਰ ਸੁੱਟਦਾ ਹੈ ਅਤੇ ਸਾਰੀ ਗਰਮੀ ਅਸੀਂ ਵਾਪਸ ਹਵਾ ਦੇ ਵਿੱਚ ਪਾ ਰਹੇ ਹਾਂ ਅਤੇ ਉਹੀ ਵਾਪਸ ਆ ਕੇ ਸਾਨੂੰ ਤੇਜ਼ ਤਰਾਰ ਗਰਮੀ ਦੇ ਵਿੱਚ ਤੰਗ ਕਰ ਰਹੀ ਹੈ। ਹੁਣ ਤੁਸੀਂ ਆਪ ਹੀ ਹਿਸਾਬ ਲਾਓ ਕਿ ਇਹੋ ਜਿਹੇ ਕਰੋੜਾਂ ਅਰਬਾਂ ਖਰਬਾਂ ਏਅਰ ਕੰਡੀਸ਼ਨਰ ਰੋਜ਼ ਚੱਲ ਰਹੇ ਆ, ਕੁੱਲ ਮਿਲਾ ਕੇ ਕਿੰਨੀ ਗਰਮੀ ਅਤੇ ਕਿੰਨੀ ਭੜਾਸ ਵਾਪਸ ਮੌਸਮ ਦੇ ਵਿੱਚ ਸੁੱਟ ਰਹੇ ਆ। ਇਹ ਜੋ ਤਾਪਮਾਨ ਵੱਧ ਰਿਹਾ, ਇਹ ਜੋ ਗਰਮੀ ਵੱਧ ਰਹੀ ਹੈ, ਇਹਦੇ ਵਿੱਚ ਏਸੀ ਦਾ ਕਿੱਡਾ ਵੱਡਾ ਯੋਗਦਾਨ ਆ, ਇਹ ਸ਼ਾਇਦ ਹਲੇ ਸਾਨੂੰ ਅੰਦਾਜ਼ਾ ਨਹੀਂ ਹੋਇਆ, ਪਰ ਅੰਦਾਜ਼ਾ ਹੁਣ ਹੋ ਜਾਣਾ ਚਾਹੀਦਾ ਹੈ। ਵਿਕਾਸ ਦੇ ਨਾਂ ਉੱਤੇ, ਡਿਵੈਲਪਮੈਂਟ ਦੇ ਨਾਂ ਉੱਤੇ ਲਗਾਤਾਰ ਦਰੱਖਤਾਂ ਦੀ ਬਲੀ ਚਾੜੀ ਜਾ ਰਹੀ ਹੈ। ਸੜਕਾਂ ਚੌੜੀਆਂ ਕਰਨ ਦੇ ਨਾਂ ਉੱਤੇ ਲਗਾਤਾਰ ਦਰੱਖਤ ਵੱਢੇ ਜਾ ਰਹੇ ਨੇ, ਪਰ ਜਿੱਥੇ ਜਿੱਥੇ ਦਰੱਖਤ ਵੱਢਿਆ ਜਾ ਰਿਹਾ ਉੱਥੇ ਦੁਬਾਰਾ ਪਲਾਂਟੇਸ਼ਨ ਕਰਨ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ। ਇਹ ਸਹੀ ਹੈ ਕਿ ਸਾਡੇ ਦੇਸ਼ ਵਿੱਚ ਸਮੇਂ-ਸਮੇਂ ਉੱਤੇ ਪਲਾਂਟੇਸ਼ਨ ਡਰਾਈਵ ਯਾਨੀ ਰੁੱਖ ਲਾਉਣ ਦੇ ਪ੍ਰੋਗਰਾਮ ਅਤੇ ਮੁਹਿੰਮ ਚਲਾਈ ਜਾਂਦੀ ਹੈ, ਪਰ ਇਹਨਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਰਿਹਾ, ਕਿਉਂਕਿ ਇਹ ਬਹੁਤੀ ਵਾਰ ਸਿਰਫ ਕਾਰਵਾਈਆਂ ਪਾਉਣ ਦਾ ਹੀ ਕੰਮ ਹੁੰਦਾ ਹੈ। ਫੋਟੋ ਖਿਚਾ ਕੇ ਸਾਰ ਲਿਆ ਜਾਂਦਾ ਕਿ ਇੰਨੇ ਬੂਟੇ ਲਾਏ ਗਏ, ਮੁੜ ਕੇ ਉਹਨਾਂ ਦੀ ਦੇਖਭਾਲ ਹੁੰਦੀ ਹੈ ਜਾਂ ਨਹੀਂ, ਇਹਦੇ ਬਾਰੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਕਿਉਂਕਿ ਜੇਕਰ ਇਹ ਸਾਰੇ ਦਰੱਖਤ ਵਧੇ ਫੁੱਲੇ ਹੁੰਦੇ ਤਾਂ ਅੱਜ ਸਾਡੇ ਮੌਸਮ ਦਾ ਇਹ ਹਾਲ ਨਾ ਹੋਇਆ ਹੁੰਦਾ। ਬਾਕੀ ਜਿੱਥੇ ਜਿੱਥੇ ਨਵੀਆਂ ਬਿਲਡਿੰਗਸ, ਉੱਚੇ ਮਹਿਲ ਖੜ੍ਹੇ ਕੀਤੇ ਜਾ ਰਹੇ ਨੇ, ਉੱਥੇ ਪਹਿਲਾਂ ਦਰੱਖਤ ਹੋਇਆ ਕਰਦੇ ਸੀ। ਜਿੱਥੇ ਹੁਣ ਪੱਥਰਾਂ ਦੇ ਪੱਥਰ ਵਿਛਾ ਕੇ ਅਸੀਂ ਰੜਾ ਮੈਦਾਨ ਬਣਾ ਰਹੇ ਹਾਂ, ਉੱਥੇ ਦਰੱਖਤ ਹੁੰਦੇ ਸੀ, ਪਰ ਉਹਨਾਂ ਦਰੱਖਤਾਂ ਦੀ ਥਾਂ ਹੁਣ ਲੋਕੀ ਕੀ ਕਰਦੇ ਆ, ਕਹਿਣ ਨੂੰ ਗਰੀਨਰੀ ਲਾ ਰਹੇ ਆ, ਛੱਤਾਂ ਉੱਤੇ ਬੂਟੇ ਲਾਏ ਜਾ ਰਹੇ ਆ, ਕੰਧਾਂ ਉੱਤੇ ਬੂਟੇ ਟੰਗੇ ਜਾ ਰਹੇ ਆ, ਬੋਤਲਾਂ 'ਚ ਪਾ ਕੇ ਬੂਟੇ ਲਾਏ ਜਾ ਰਹੇ ਆ, ਵੱਡੇ ਗਮਲੇ ਰੱਖ ਕੇ ਬੂਟੇ ਲਾਏ ਜਾ ਰਹੇ ਆ, ਪਰ ਇਹ ਸਭ ਸਿਰਫ ਦਿਖਾਵਾ ਆ। ਦਿਖਾਵਾ ਇਸ ਲਈ ਹੈ ਕਿਉਂਕਿ ਇਹ ਬੂਟੇ ਕਦੀ ਵੀ ਦਰੱਖਤਾਂ ਦੀ ਥਾਂ ਨਹੀਂ ਲੈ ਸਕਦੇ। ਇਹ ਸਿਰਫ ਵਿਖਾਵੇ ਦੀ ਗਰੀਨਰੀ ਆ। ਜਿਹਨੇ ਸਾਡਾ ਜੀਵਨ ਬਚਾਉਣਾ ਆ ਉਹ ਸਿਰਫ ਰੁੱਖ ਆ ਅਤੇ ਉਹਨਾਂ ਨੂੰ ਅਸੀਂ ਵੱਢ ਰਹੇ ਹਾਂ ਅਤੇ ਵਿਖਾਵੇ ਵਾਲੀ ਗਰੀਨਰੀ, ਵਿਖਾਵੇ ਵਾਲੀ ਹਰਿਆਲੀ ਜਿਹੜੀ ਆ ਉਹਨੂੰ ਅਸੀਂ ਬਹੁਤ ਜ਼ਿਆਦਾ ਲਾਉਣ ਲੱਗ ਪਏ ਹਾਂ। ਇਹ ਅਸੀਂ ਆਪਣੇ ਹੀ ਪੈਰਾਂ 'ਤੇ ਕੁਹਾੜਾ ਮਾਰ ਰਹੇ ਹਾਂ। ਸਾਡੀਆਂ ਇਹਨਾਂ ਮਾੜੀਆਂ ਆਦਤਾਂ ਕਰਕੇ, ਕੁਦਰਤ ਦੇ ਨਾਲ ਖਿਲਵਾੜ ਕਰਨ ਦੀਆਂ ਆਦਤਾਂ ਕਰਕੇ ਹੀ ਅੱਜ ਇਹ ਹਾਲ ਹੋਇਆ ਕਿ ਗਰਮੀ ਹਰ ਸਾਲ ਵੱਧਦੀ ਜਾ ਰਹੀ ਹੈ ਅਤੇ ਇੰਨੀ ਵੱਧਦੀ ਜਾ ਰਹੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਤੁਹਾਨੂੰ ਲੱਗੂਗਾ ਕਿ ਐਤਕੀ ਗਰਮੀ ਜ਼ਿਆਦਾ ਆ ਅਤੇ ਅਗਲੇ ਸਾਲ ਦਾ ਸੋਚ ਕੇ ਹੁਣੇ ਹੀ ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਅਗਲੇ ਸਾਲ ਗਰਮੀ ਜਦੋਂ ਇਸ ਤੋਂ ਜ਼ਿਆਦਾ ਹੋਊਗੀ ਤਾਂ ਸਾਡਾ ਕੀ ਬਣੂਗਾ। ਫਿਰ ਵੀ ਇਨਸਾਨ ਦੂਰ ਦੀ ਸੋਚਣ ਦੀ ਬਜਾਏ ਹੁਣ ਦਾ ਸੋਚ ਕੇ ਏਸੀ 'ਚ 2 ਘੰਟੇ ਬਹਿ ਕੇ ਆਪਣਾ ਦਿਮਾਗ ਠੰਡਾ ਕਰੀ ਬੈਠਾ ਹੈ ਤੇ ਇਸ ਪਾਸੇ ਸੋਚਣ ਦੀ ਜ਼ਹਿਮਤ ਨਹੀਂ ਕਰ ਰਿਹਾ। ਪਰ ਨਾਲ ਦੀ ਨਾਲ ਸਾਨੂੰ ਇਹ ਵੀ ਸੋਚਣਾ ਬਣਦਾ ਹੈ ਕਿ ਇਸ ਧਰਤੀ ਉੱਤੇ ਰਹਿੰਦੇ ਹੋਰ ਜੀਵ ਜਿਵੇਂ ਕਿ ਪੰਛੀ, ਜਾਨਵਰ ਅਤੇ ਹੋਰ ਬਸ਼ਿੰਦੇ, ਉਹਨਾਂ ਦਾ ਇਹਦੇ ਵਿੱਚ ਕੀ ਕਸੂਰ ਹੈ। ਜੇ ਉਹ ਗਰਮੀ ਕਾਰਨ ਤਰਾਹ ਕਰਦੇ ਫਿਰਦੇ ਨੇ ਤਾਂ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਸਾਡੀਆਂ ਗਲਤੀਆਂ ਦੀ ਸਜ਼ਾ ਉਹ ਕਿਉਂ ਭੁਗਤਣ। ਇਸੇ ਤਰ੍ਹਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਸੋਚਣਾ ਪੈਣਾ ਹੈ ਕਿ ਜੋ ਬੱਚੇ ਇਸ ਵੇਲੇ ਛੋਟੇ ਆ ਜਾਂ ਜੋ ਆਉਣ ਵਾਲੇ ਸਮੇਂ 'ਚ ਜਿਨ੍ਹਾਂ ਨੇ ਜ਼ਿੰਦਗੀ ਜਿਉਣੀ ਆ, ਉਹਨਾਂ ਦੇ ਲਈ ਅਸੀਂ ਕਿਹੋ ਜਿਹਾ ਮਾਹੌਲ ਤਿਆਰ ਕਰ ਰਹੇ ਹਾਂ। ਇਸ ਤਰ੍ਹਾਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਹੁਣ ਜੋ ਗਰਮੀ ਪੈ ਰਹੀ ਹੈ ਪੂਰੀ ਤਰ੍ਹਾਂ ਸਾਡੀ ਆਪਣੀ ਦੇਣ ਆ, ਸਾਡੀ ਆਪਣੀ ਤਿਆਰ ਕੀਤੀ ਹੋਈ ਆ। ਅਤੇ ਇਸੇ ਦਾ ਇੱਕ ਹੋਰ ਬਹੁਤ ਵੱਡਾ ਉਦਾਹਰਨ ਸਾਨੂੰ ਲੋਕਡਾਊਨ ਦੇ ਦਿਨਾਂ 'ਚ ਮਿਲਿਆ ਸੀ। ਇਸ ਸਮੇਂ ਦੌਰਾਨ ਆਮ ਤੌਰ 'ਤੇ ਦੇਸ਼ ਵਿੱਚ, ਪੰਜਾਬ ਵਿੱਚ ਬਹੁਤ ਵੱਡੇ ਪੱਧਰ 'ਤੇ ਤੇਜ਼ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ, ਪਰ ਕਿਉਂਕਿ ਲੋਕਡਾਊਨ ਲੱਗਾ ਹੋਇਆ ਸੀ, ਲੋਕ ਘਰਾਂ ਵਿੱਚ ਬੰਦ ਸੀ, ਗੱਡੀਆਂ ਸੜਕਾਂ ਉੱਤੇ ਨਹੀਂ ਚੱਲ ਰਹੀਆਂ ਸੀ, ਫੈਕਟਰੀਆਂ ਬੰਦ ਪਈਆਂ ਸੀ, ਵਾਤਾਵਰਨ ਸਾਫ਼ ਹੋ ਗਿਆ ਸੀ ਅਤੇ ਤਾਪਮਾਨ ਜਿਹੜਾ ਆ ਉਹ ਉਨਾ ਤੱਤਾ ਨਹੀਂ ਸੀ ਹੋਇਆ ਜਿੰਨਾ ਆਮ ਤੌਰ 'ਤੇ ਉਹਨਾਂ ਦਿਨਾਂ 'ਚ ਹੋ ਜਾਂਦਾ ਹੈ। ਗਰਮੀ ਉਨੀ ਜ਼ਿਆਦਾ ਨਹੀਂ ਸੀ ਵਧੀ ਜਿੰਨੀ ਆਮ ਦਿਨਾਂ ਵਿੱਚ ਵੱਧ ਜਾਂਦੀ ਹੈ। ਇਸ ਤੋਂ ਭਾਵ ਇਹ ਹੈ ਕਿ ਜਦੋਂ ਮਨੁੱਖ ਦੀਆਂ ਕਾਰਵਾਈਆਂ ਰੁਕੀਆਂ ਤਾਂ ਕੁਦਰਤ ਨੇ ਸਾਹ ਲੈਣਾ ਸ਼ੁਰੂ ਕੀਤਾ ਸੀ ਅਤੇ ਮੌਸਮ ਵਿੱਚ ਠੰਡਕ ਆਉਣੀ ਸ਼ੁਰੂ ਹੋ ਗਈ ਸੀ। ਪਰ ਜਿਵੇਂ ਲੋਕਡਾਊਨ ਖੁੱਲ੍ਹਿਆ ਫਿਰ ਇਨਸਾਨੀ ਆਦਤਾਂ ਪਹਿਲਾਂ ਵਾਂਗ ਤੁਰ ਪਈਆਂ, ਪੋਲਿਊਸ਼ਨ ਵੱਧ ਗਿਆ, ਆਵਾਜਾਈ ਵੱਧ ਗਈ ਅਤੇ ਹਵਾ ਪਾਣੀ ਫਿਰ ਪਲੀਤ ਹੋਣਾ ਸ਼ੁਰੂ ਹੋ ਗਿਆ। ਅਤੇ ਉਸੇ ਦਿਨ ਤੋਂ ਯਾਨੀ ਲੋਕਡਾਊਨ ਬੰਦ ਹੋਣ ਵਾਲੇ ਦਿਨ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਹੋਇਆ, ਲੋਕਾਂ ਦੇ ਵੱਟ ਕੱਢਣ ਤੱਕ ਪਹੁੰਚ ਗਿਆ। ਇਸ ਤੋਂ ਵੱਡਾ ਉਦਾਹਰਨ ਸਾਨੂੰ ਹੋਰ ਕੋਈ ਵੇਖਣ ਦੀ ਲੋੜ ਨਹੀਂ ਕਿ ਕਿਵੇਂ ਇਨਸਾਨ ਦੇ ਕਰਕੇ ਗਰਮੀ ਵਧੀ ਹੈ ਅਤੇ ਮਨੁੱਖਾਂ ਨੇ ਹੀ ਧਰਤੀ ਦਾ ਇਹ ਹਾਲ ਕੀਤਾ ਹੈ। ਪਰ ਮਾੜੀ ਗੱਲ ਇਹ ਹੈ ਕਿ ਨੁਕਸਾਨ ਸਾਰਿਆਂ ਨੂੰ ਝੱਲਣਾ ਪੈਣਾ ਹੈ। ਹਾਲੇ ਵੀ ਵੇਲਾ ਹੈ, ਅਸੀਂ ਸੰਭਲ ਜਾਈਏ ਤਾਂ ਧਰਤੀ ਨੂੰ ਬਚਾਇਆ ਜਾ ਸਕਦਾ ਹੈ, ਆਉਣ ਵਾਲੇ ਸਾਲਾਂ ਨੂੰ ਬਚਾਇਆ ਜਾ ਸਕਦਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕਦਾ। ਪਰ ਇਹਦੇ ਲਈ ਕਰਨਾ ਕੀ ਪੈਣਾ ਹੈ? ਇਹਦੇ ਲਈ ਸਾਨੂੰ ਹੱਲ ਆਪਣੇ ਆਪ ਸੋਚਣੇ ਪੈਣੇ ਹੈ। ਦਰੱਖਤਾਂ ਦੀ ਕਟਾਈ
ਰੋਕਣੀ ਪੈਣੀ ਹੈ। ਜਿੱਥੇ ਦਰਖਤਾਂ ਦੀ ਕਟਾਈ ਰੋਕਣੀ ਪੈਣੀ, ਉੱਥੇ ਨਵੇਂ ਦਰਖਤ ਲਾਉਣੇ ਵੀ ਉਨੇ ਹੀ ਜ਼ਰੂਰੀ ਹੈ। ਹਰ ਬੰਦਾ ਜੇ ਆਪਣੇ ਹਿੱਸੇ ਦਾ ਇੱਕ ਇੱਕ ਦਰਖਤ ਵੀ ਲਾਵੇ ਤਾਂ ਧਰਤੀ ਨੂੰ ਠੰਡਾ ਰੱਖਿਆ ਜਾ ਸਕਦਾ ਹੈ। ਬਿਨਾਂ ਲੋੜ ਦੇ, ਬਿਨਾਂ ਕਿਸੇ ਗੱਲ ਦੇ ਏਅਰ ਕੰਡੀਸ਼ਨਰ ਦੀ, ਏਸੀ ਦੀ ਵਰਤੋਂ ਤੋਂ ਗੁਰੇਜ਼ ਕਰੀਏ। ਏਸੀ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ। ਸਾਡੇ ਸਰੀਰ ਗਰਮੀ ਨੂੰ ਝੱਲ ਸਕਦੇ ਆ, ਬਸ਼ਰਤੇ ਕਿ ਅਸੀਂ ਸੋਲ ਨਾ ਬਣੀਏ, ਪਸੀਨਾ ਆਉਣ ਦਈਏ। ਜਿੰਨਾ ਏਸੀ ਘੱਟ ਵਰਤਾਂਗੇ ਉਨਾ ਅਸੀਂ ਗਰਮੀ ਘਟਾਵਾਂਗੇ। ਜਿੱਥੇ ਵੀ ਕੋਈ ਨਵੀਂ ਕਲੋਨੀ ਕੱਟੀ ਜਾਣੀ ਹੈ ਜਾਂ ਨਵੀਂ ਉਸਾਰੀ ਹੋਣੀ ਹੈ, ਉੱਥੇ ਸਖਤ ਤੋਂ ਸਖਤ ਕਾਨੂੰਨ ਬਣਨੇ ਚਾਹੀਦੇ ਆ ਕਿ ਇੱਥੇ ਇੰਨੇ ਦਰਖਤ ਲੱਗਣੇ ਜ਼ਰੂਰੀ ਹੈ। ਕਿਉਂਕਿ ਜਦੋਂ ਵੀ ਉਸਾਰੀ ਹੁੰਦੀ ਹੈ ਤਾਂ ਉਹ ਹਰਿਆਲੀ ਦਾ ਸਤਿਆਨਾਸ਼ ਕਰਕੇ ਹੀ ਕੀਤੀ ਜਾਂਦੀ ਹੈ। ਇਸ ਲਈ ਉਸਾਰੀ ਵਾਲੀ ਥਾਂ ਉੱਤੇ ਹਰਿਆਵਲ ਦਾ ਪੱਕਾ ਇੱਕ ਕੋਟਾ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਇੰਨੇ ਰੁੱਖ ਇਸ ਥਾਂ ਲੱਗਣੇ ਜ਼ਰੂਰੀ ਹੈ। ਜੰਗਲਾਂ ਦੀ ਕਟਾਈ, ਖਾਸ ਤੌਰ 'ਤੇ ਨਾਜਾਇਜ਼ ਕਟਾਈ ਅਤੇ ਮਾਫੀਆ ਨੂੰ ਨੱਥ ਪਾ ਕੇ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਸਰਕਾਰਾਂ ਤੋਂ ਬਾਹਲੀ ਆਸ ਰੱਖਣੀ ਹਮੇਸ਼ਾ ਦੀ ਤਰ੍ਹਾਂ ਬੇਕਾਰ ਲੱਗਦੀ ਹੈ, ਕਿਉਂਕਿ ਸਰਕਾਰਾਂ ਕੋਲ ਆਪਣੇ ਭਵਿੱਖ ਦੇ ਪ੍ਰੋਗਰਾਮਾਂ ਤੋਂ ਇਲਾਵਾ ਜਨਤਾ ਦੇ ਲਈ ਜਾਂ ਚੌਗਿਰਦੇ ਦੇ ਲਈ ਜਾਂ ਮੌਸਮ ਦੇ ਲਈ ਇਹਨਾਂ ਚੀਜ਼ਾਂ ਲਈ ਉਹਨਾਂ ਕੋਲ ਸਮਾਂ ਆਮ ਤੌਰ 'ਤੇ ਨਹੀਂ ਹੁੰਦਾ ਅਤੇ ਉਹ ਦੇਣਾ ਵੀ ਨਹੀਂ ਚਾਹੁੰਦੇ। ਇਸ ਕਰਕੇ ਮੁੱਖ ਹੰਭਲਾ ਲੋਕਾਂ ਨੂੰ ਆਪ ਹੀ ਮਾਰਨਾ ਪੈਣਾ ਹੈ, ਖੁਦ ਹੀ ਉੱਠ ਕੇ ਕੋਸ਼ਿਸ਼ ਕਰਨੀ ਪੈਣੀ ਹੈ। ਸਰਕਾਰਾਂ ਨੇ ਇਸ ਮਾਮਲੇ ਵਿੱਚ ਜੇ ਕੁਝ ਕਰਨਾ ਹੁੰਦਾ ਤਾਂ ਉਹ ਹੁਣ ਤੱਕ ਕਰ ਚੁੱਕੇ ਹੁੰਦੇ। ਸਾਡੇ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹਾਲੇ ਤੱਕ ਦਰਿਆਵਾਂ ਦੀ ਸਫਾਈ ਨਹੀਂ ਕਰਵਾ ਸਕਿਆ। ਦਰਿਆਵਾਂ ਦੇ ਵਿੱਚ ਗੰਦਾ ਕੈਮੀਕਲ ਪਾ ਕੇ ਮੱਛੀਆਂ ਮਾਰਨ ਵਾਲੇ ਲੋਕਾਂ ਨੂੰ ਵੀ ਹਾਲੇ ਤੱਕ ਨੱਥ ਨਹੀਂ ਪਾਈ ਜਾ ਸਕੀ। ਇਸ ਕਰਕੇ ਸਰਕਾਰਾਂ ਤੋਂ, ਸਰਕਾਰੀ ਜਥੇਬੰਦੀਆਂ ਤੋਂ, ਇਹੋ ਜਿਹੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੋਂ ਆਸ ਰੱਖਣ ਦੀ ਬਜਾਏ ਲੋਕਾਂ ਨੂੰ ਖੁਦ ਮੋਹਰੇ ਹੋ ਕੇ ਆਪਣੇ ਆਪ ਆਪਣਾ ਚੌਗਿਰਦਾ ਸੰਭਾਲਣਾ ਪੈਣਾ ਹੈ। ਨਹੀਂ ਤਾਂ ਹਾਏ ਗਰਮੀ ਕਰਨ ਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਸਾਨੂੰ ਧੂੰਆਂ ਘੱਟ ਤੋਂ ਘੱਟ ਛੱਡਣਾ ਚਾਹੀਦਾ ਹੈ ਅਸਮਾਨ ਦੇ ਵਿੱਚ ਅਤੇ ਹਵਾ ਦੇ ਵਿੱਚ, ਤਾਂ ਜੋ ਸਾਨੂੰ ਸ਼ੁੱਧ ਹਵਾ ਵੀ ਆਉਂਦੇ ਸਾਲਾਂ ਦੌਰਾਨ ਮਿਲਦੀ ਰਹੇ। ਕੁੱਲ ਮਿਲਾ ਕੇ ਸਾਨੂੰ ਹਰ ਇੱਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ, ਆਪਣਾ ਖੁਦ ਦਾ ਫਰਜ਼ ਸਮਝ ਕੇ ਇਸ ਪਾਸੇ ਧਿਆਨ ਦੇਣਾ ਬਣਦਾ ਹੈ। ਤਾਂ ਹੀ ਅਸੀਂ ਧਰਤੀ ਨੂੰ ਸੜਨ ਤੋਂ ਬਚਾ ਲਵਾਂਗੇ। ਨਹੀਂ ਤਾਂ ਇਹ ਕੌੜਾ ਸੱਚ ਹੈ ਕਿ ਅਸੀਂ ਹੌਲੀ ਹੌਲੀ ਉਸ ਸਟੇਜ ਵੱਲ ਨੂੰ ਵੱਧ ਰਹੇ ਹਾਂ ਜਦੋਂ ਧਰਤੀ ਇੱਕ ਦਿਨ ਤਪਸ਼ ਦੇ ਨਾਲ ਸੜ ਵੀ ਸਕਦੀ ਹੈ। ਆਸ ਹੈ ਕਿ ਸਾਡੇ ਦਰਸ਼ਕ ਇਸ ਐਪੀਸੋਡ ਨੂੰ ਵੇਖਣ ਤੋਂ ਬਾਅਦ ਧਰਤੀ ਨੂੰ ਬਚਾਉਣ ਦੇ ਲਈ, ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਦੇ ਲਈ, ਸੜਨ ਤੋਂ ਬਚਾਉਣ ਦੇ ਲਈ ਅਤੇ ਇਸ ਜਾਨ ਖਾਊ ਗਰਮੀ ਤੋਂ ਰਾਹਤ ਹਾਸਲ ਕਰਨ ਦੇ ਲਈ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਯੋਗਦਾਨ ਪਾਉਣਗੇ ਅਤੇ ਧਰਤੀ ਨੂੰ ਠੰਡਾ ਰੱਖਣ ਵਿੱਚ ਸਹਾਈ ਹੋਣਗੇ। ਇਸ ਸੰਬੰਧੀ ਜੇ ਤੁਹਾਡੇ ਕੋਲ ਹੋਰ ਵੀ ਕੋਈ ਸੁਝਾਅ ਨੇ ਤਾਂ ਆਪਣੇ ਕਮੈਂਟਸ ਦੇ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ, ਤਾਂ ਕਿ ਅਸੀਂ ਉਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ। ਜੇ ਇਸ ਸੰਦੇਸ਼ ਦੇ ਵਿੱਚ ਤੁਹਾਨੂੰ ਕੋਈ ਕੰਮ ਦੀ ਗੱਲ ਲੱਗੀ ਹੈ ਜਾਂ ਕੋਈ ਸਾਰਥਕ ਗੱਲ ਤੁਹਾਨੂੰ ਨਜ਼ਰ ਆਈ ਹੈ ਤਾਂ ਇਸ ਨੂੰ ਅੱਗੇ ਹੋਰ ਲੋਕਾਂ ਤੱਕ ਵੀ ਸ਼ੇਅਰ ਕਰੋ, ਫਾਰਵਰਡ ਕਰੋ, ਤਾਂ ਜੋ ਅਸੀਂ ਕੁਦਰਤ ਨੂੰ ਬਚਾਉਣ ਦੇ ਲਈ ਸਾਰੇ ਮਿਲ ਕੇ ਹੰਭਲਾ ਮਾਰੀਏ। ਅੱਜ ਦਾ ਐਪੀਸੋਡ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।